ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਦੁਰਗਾ ਪ੍ਰਬੋਧ। ਭਾਗ 9ਵਾਂ। ਦੋਹਰਾ। ਪ੍ਰਗਟ ਹੋਈ ਜਾਲਫਾਂ ਸੂਹੇ ਚੋਲਿਆਂ ਨਾਲ, ਗਲ ਵਿੱਚ ਮਾਲਾ ਮੋਤੀਆਂ ਸਿਰ ਪਰ ਗੁੰਦੇ ਬਾਲ। ਚੌਪਈ। ਸਿਰ ਪਰ ਮੁਕਟ ਹਾਥ ਮੈਂ ਮਾਲਾ, ਕਵਲ ਨੈਣ ਮੁਖ ਚੰਦ ਵਿਸ਼ਾਲਾ। ਪੂਬ ਰੇਸ਼ਮੀ ਲਹਿੰਗਾ ਪਾਇਆ, ਝੱਗਾ ਗੋਟੇਦਾਰ ਸੁਹਾਇਆ। ਓੜ ਪੱਟ ਦਾ ਚਾਹੇ ਦੁਪੱਟਾ, ਰੰਗ ਸੁਹਾਵਾ ਜਿਸ ਦਾ ਖੱਟਾ। ਚਿੱਟਾ ਗੋਟਾ ਅਤੇ ਕਿਨਾਰੀ, ਦੇਵਤ ਥਾ ਛਬ ਤਨ ਪਰ ਭਾਰੀ। ਜੋੜਾ ਚਰਨ ਚਾਂਦਨੀ ਸੋਹੇ, ਪੇਖ ਦੇਵਨ ਕਾ ਵੀ ਮਨ ਮੋਹੇ। ਸੁੰਦਰ ਭੂਖਨ ਅਦਕ ਬਰਾਜੇ, ਜਿਨ ਕੋ ਦੇਖ ਕਿਰਨ ਰਵ ਲਾਜੇ। ਸੀਲ ਭਰੇ ਦ੍ਰਿਗ ਮੀਠੇ ਬੈਨਾ, ਸੁਨਤ ਦੇਖ ਮਨ ਆਵਤ ਚੈਨਾ। ਨਿਰਖ ਗੁਰੂ ਜੀ ਕੋ ਮੁਸਕਾਈ, ਮਾਨੋਹਾ ਧਾਰਮ ਗਏ ਲੁਕਾਈ। ਹਾਥ ਵਿਖੇ ਮਾਲਾ ਕੋ ਫੇਰਤ, ਸਰਬੇ ਔਰ ਕਰਣਾ ਕਰ ਹੇਰਤ। ਦੁਤੀ ਹਾਥ ਮੈਂ ਤੇਗ ਬਿਰਾਜੇ, ਦਾਮਨ ਦੇਖ ਜਾਏ ਕੋ ਲਾਜੇ। ਸਾਥ ਦਾਸੀਆਂ ਸੋਹਤ ਚੰਗੀ, ਕਵਲ ਬਦਨ ਪੇਖ ਲਜਤ ਅਨੰਗੀ। ਦੋਹਰਾ। ਦੇਖ ਗੁਰੂ ਕੋ ਹੱਸ ਪਈ, ਬੋਲੀ ਧਰਮਨ ਪ੍ਰੇਮ। ਅਹੋ ਸਗਰ ਪੂਜਨ ਭਇਆ, ਜੋ ਤੁਮ ਕੀਨਾ ਨੇਮ। ਜਿਸ ਕੋ ਸੁਨ ਗੁਰ ਨੇ ਕਹਾ, ਤੁਮ ਕਿਰਪਾ ਤੇ ਦੇਵ। ਸਫਲ ਭਈ ਜੋ ਕਰੀ ਥੀ, ਹਮਨੇ ਤੁਮਰੀ ਸੇਵ। ਤਾਤੇ ਤੁਰਕਾ ਹਨਨ ਹਿਤ, ਕਰਿਓ ਕਛੂ ਉਪਾਏ। ਜਿਸ ਤੇ ਭਾਰਤ ਵਰਖ ਦਾ, ਸਭੀ ਦੂਖ ਮਿਟ ਜਾਏ। ਚੌਪਈ। ਸੁਨਤ ਬਚਨ ਮੁਖ ਸਤ ਬਖਾਨੀ, ਤਬ ਬੋਲੀ ਜਗਦੰਬਾ ਰਾਨੀ। ਇਹ ਮੇਰੀ ਤਲਵਾਰ ਸੰਭਾਰੋ, ਇਸਕੇ ਬਲ ਪਰ ਤੁਰਕਨ ਮਾਰੋ। ਧੰਨਾ ਭਗਤ ਬੁਲਾਇਆ ਜੱਟ, ਆਏ ਗਿਆਓ ਕਰਕੇ ਝਟ। ਦੇਵੀ ਕਿਹਾ ਭਗਤ ਜੀ ਜਾਵੋ, ਰੂਈ ਆਪਣੇ ਘਰੋਂ ਲਿਆਵੋ। ਮਨ ਹੁਕਮਿਓ ਘਰ ਨੂੰ ਗਿਆ, ਬੋਰਾ ਚੁੱਕ ਰੂਈ ਦਾ ਲਿਆ। ਧਰ ਦਿੱਤਾ ਦੁਰਗਾ ਦੇ ਅੱਗੇ, ਜੱਟ ਭਗਤ ਉਸ ਨਾਹਰ ਵੱਗੇ। ਝੰਡਾ ਬਾੜੀ ਦੇ ਫੇਰ ਬੁਲਾਇਆ, ਉਸ ਤੇ ਚਰਖਾ ਇੱਕ ਮੰਗਾਇਆ। ਦਾਦੂ ਪੀਂਜਾ ਭਗਤ ਬੁਲਾ ਕੇ, ਸਾਰੀ ਰੌਈ ਨੂੰ ਪਿੰਜਵਾ ਕੇ। ਲੱਗੀ ਦੁਰਗਾ ਕੱਤਨ ਫੇਰ, ਲਾ ਦਿੱਤੇ ਸੂਤਰ ਦੇ ਢੇਰ। ਫੇਰ ਕਬੀਰ ਜੁਲਾਹਾ ਸੱਦ, ਕਰੇ ਪਖੰਡਾਂ ਨੂੰ ਜੋ ਰੱਦ। ਕਿਹਾ ਭਗਤ ਜੀ ਬੁਣਦੇ ਤਾਣੀ, ਹੁਕਮ ਦੇਤ ਤੁਮ ਕੋ ਜਗਰਾਣੀ। ਜਦ ਕਬੀਰ ਨੇ ਖੱਡੀ ਪੁੱਟ, ਸਾਰੇ ਟੱਬਰ ਨੇ ਤਦ ਜੁੱਟ। ਬੁਣ ਕੇ ਰੇਜਾ ਅੱਗੇ ਧਰਿਆ, ਜਿਸ ਪਰ ਹੁਕਮ ਜਵਾਲਾ ਕਰਿਆ। ਨਾਂਬਾ ਛੀਂਬਾ ਭਗਤ ਬੁਲਾਓ, 11 ਕੱਛਾਂ ਤੁਰਤ ਬਣਾਓ। ਆਏ ਭਗਤ ਨੇ ਕੈਂਚੀ ਵਾਹੀ, ਅਰ ਸੂਈ ਇਸ ਭਾਂਤ ਚਲਾਈ। ਲੈ ਕੱਛਾਂ ਸਭ ਅੱਗੇ ਧਰੀਆਂ, ਭੇਟਾ ਚੰਡੀ ਦੀ ਚਾ ਕਰੀਆਂ। ਇਮਨਾਬਾਦੀ ਲਾਲੋ ਫੇਰ, ਲਿਆ ਬੁਲਾਏ ਨਾ ਕੀਨੀ ਦੇਰ। ਕਹੀ ਬਣਾਓ ਕੰਗੇ ਭਾਈ, ਅਰ ਕੜਿਆਂ ਦੀ ਕਰੋ ਕਢਾਈ। ਲੁਹਾਰਾਂ ਅਤੇ ਤਖਾਣਾ ਕੰਮ, ਜਾਵਣ ਦਾਇਓ ਹੈਸੀ ਥੰਮ। ਉਸੇ ਵੇਲੇ ਕਰੇ ਤਿਆਰ, ਰੱਖੇ ਦੇਵੀ ਪਾਸ ਸੁਧਾਰ। ਜਿਸ ਪਰ ਸਭ ਸਾਮਾਨ ਬਣਾ ਕੇ, ਕਹੀ ਗੁਰੂ ਨੂੰ ਫਿਰ ਸਮਝਾ ਕੇ। ਹੁਣ ਆਨੰਦਪੁਰੀ ਨੂੰ ਜਾਓ, ਨਾਲ ਤੇਗ ਸਿੱਖਾਂ ਅਜਮਾਓ। ਪੰਜ ਪਿਆਰੇ ਨਿਕਸਨ ਜੋਏ, ਕਾਰਜ ਸਿੱਧ ਤਿਨਾ ਤੇ ਹੋਏ। ਇੱਕ ਕੱਛ ਤਿਨਾ ਪਹਿਰਾਵੋ, ਇੱਕ ਕੱਛ ਤਿਨਾ ਪਹਿਰਾਵੋ। ਅਰ 6ਵੀਂ ਨਿਜ ਤਨ ਪਹਿਲਾਵੋ। ਬਾਕੀ ਇੱਕ ਰੱਖ ਸੰਭਾਲ, ਪਾਂਚਾਂ ਬਦਲੋ ਨਾਵਣ ਨਾਲ। ਕੰਗਾ ਕੜਾ ਕਿਰਪਾਨ ਸਜਾ ਕੇ, ਕਰੋ ਸਿੰਘ ਅੰਮ੍ਰਿਤ ਛਕਵਾ ਕੇ। ਜਿਨਕੇ ਬਲ ਕਰ ਤੁਰਕ ਨਿਸਾਉਣ, ਮੁੜ ਕਰ ਬਹੁਰ ਨਾ ਮੁਖ ਦਿਖਾਉਣ। ਦੋਹਰਾ। ਸੁਣ ਕਰ ਸਤਿਗੁਰ ਆਖਿਆ, ਕਰਾਂ ਕਾਜ ਭਲ ਜਾਏ। ਪਰ ਕੁਛ ਭੋਜਨ ਆਪ ਨੂੰ ਦੇਸਾਂ ਅਭੀ ਛਕਾਏ। ਚੌਪਈ। ਕਹੀ ਚੰਡਕਾ ਦੇ ਆਹਾਰ, ਖਾਣੇ ਪਰ ਨ ਹੈ ਇਨਕਾਰ।
ਜਿਸ ਪਰ ਹੁਕਮ ਗੁਰੂ ਜੀ ਕੀਨਾ, ਭੋਜਨ ਤੁਰਤ ਤਿਆਰ ਕਰ ਲੀਨਾ। ਚਾਵਲ ਦਾਲ ਖੀਰ ਅਰ ਪੂਰੀ, ਜਰਦਾ ਅਤੇ ਪੁਲਾਓ ਅੰਗੂਰੀ। ਫਿਰਨੀ ਦੁੱਧ ਫੇਨੀਆਂ ਸੰਗ, ਭੱਲੇ ਪਾਪੜ ਲਾਇਆ ਰੰਗ। ਬੈਂਗਣ ਮੂਲੀ ਪਾਲਕ ਸੋਏ, ਆਲੂ ਤੇ ਕਚਨਾਰ ਸਮੋਏ। ਨਾਲ ਮੂੰਗਰੇ ਕੁਲਫੇ ਸਾਗ, ਗੁੱਛੀ ਖੰਭਾਂ ਖਾਣ ਸੁਭਾਗ। ਚਟਨੀ ਕਈ ਅਚਾਰ ਸੁਹਾਏ, ਸੁੰਦਰ ਫੁਲਕੇ ਤਹਾਂ ਪਕਾਏ। ਕਈ ਤਰ੍ਹਾਂ ਦੇ ਬਣੇ ਪੁਲਾਓ, ਖਾ ਖਾ ਮਨ ਉਪਜਾਇਓ ਚਾਓ। ਛਕ ਭੋਜਨ ਬਹਿ ਕੇ ਤ੍ਰਿਪਤਾਈ, ਸਤਿ ਸ਼੍ਰੀ ਅਕਾਲ ਗਜਾਈ। ਦੇ ਅਸੀਸ ਸੀਸ ਪਰ ਹਾਥ, ਦੇ ਅਸੀਸ ਸੀਸ ਧਰ ਹਾਥ। ਗਈ ਪਹਾੜ ਦਾਸ ਲੈ ਸਾਥ। ਇਹ ਗੁਰਜੀ ਸਭ ਵਸਤ ਸੰਭਾਲ, ਆਏ ਪੁਰ ਸਭ ਸਿੱਖਾਂ ਨਾਲ। ਦੋਹਰਾ। ਜੇ ਐਸਾ ਲਿਖ ਦੇਵੰਦਾ ਸੀ, ਤਦ ਕਿਆ ਉਸ ਦੋਸ਼। ਮੰਨਣ ਵਾਲੇ ਪੁਰਖ ਜੋ ਕਰਦੇ ਸ਼ਨ ਕੁਛ ਰੋਸ਼। ਪਰ ਉਹ ਕਵੀ ਦੀ ਅਕਲ ਵਿੱਚ ਆਈ ਨਾ ਇਹ ਗੱਲ, ਜਿਸ ਤੇ ਸਾਧਸ ਸੁਝਿਆ ਪਾਏ ਦੇ ਅੰਤਰ ਥਲ। ਆਪਣੇ ਮਨ ਦੇ ਖਿਆਲ ਨੂੰ ਰੌਣਕ ਦਿੱਤੀ ਜਾਏ, ਲੋਕਾਂ ਨੂੰ ਭਰਮਾਇਆ ਨੰਗੇ ਭੂਤ ਨਚਾਏ। ਦੋਹਰਾ। ਸੰਤੋਖ ਸਿੰਘ ਕਵਿਰਾਜ ਕਾ ਕਥਨ ਨ ਸ਼ਰਧਾ ਜੋਗ, ਭੂਲ ਗਏ ਜਿਸ ਦੇਖ ਕੇ ਜੋ ਅਗਿਆਨੀ ਲੋਗ। ਭਾਵ ਭਾਈ ਸੰਤੋਖ ਸਿੰਘ ਜੀ ਨੇ ਜੋ ਕੁਝ ਕਥਨ ਕੀਤਾ ਹੈ, ਸੋ ਅਸਲ ਵਿੱਚ ਪੌਰਾਣਿਕ ਢੰਗ ਪਰ ਕਿੱਸਾ ਜੋੜ ਦਿੱਤਾ ਹੈ। ਜਿਸ ਤਰ੍ਹਾਂ ਉਸਨੇ ਆਪਣੇ ਚਿੱਤ ਵਿੱਚ ਉਸ ਦੀ ਸੁੰਦਰਤਾ ਸਮਝੀ, ਉਸੇ ਤਰ੍ਹਾਂ ਕਥਨ ਕਰ ਦਿੱਤਾ, ਜਿਸ ਨੂੰ ਅਗਿਆਨੀ ਲੋਕ ਧੌਲੇ ਪਰ ਕਾਲਾ ਲਿਖਿਆ ਜਾਣ ਕੇ ਸੱਚ ਮੰਨ ਬੈਠੇ। ਕਿੰਤੂ ਜੇ ਕਦੇ ਉਹ ਇਸ ਸਾਡੇ ਕਥਨ ਅਨੁਸਾਰ ਹੀ ਲਿਖ ਦਿੰਦਾ, ਤਦ ਜ਼ਰੂਰ ਸੀ ਜੋ ਲੋਕ ਇਸ ਨੂੰ ਉਸ ਨਾਲੋਂ ਕਈ ਗੁਣਾ ਅੱਛਾ ਮੰਨਦੇ। ਕਿਉਂਕਿ ਗਵਾਹੀ ਤਾਂ ਨਾ ਕੋਈ ਭਾਈ ਸਾਹਿਬ ਦੇ ਕਥਨ ਪਰ ਹੈ, ਨਾ ਸਾਡੇ ਪਰ, ਜਿਸ ਤੇ ਮਨ ਘੜਤ ਘੌਂਸਲੇ ਹੀ ਹਨ। ਇਸ ਤਰ੍ਹਾਂ ਆਏ ਲਾ ਦਿੱਤੇ, ਜਿਸ ਤਰ੍ਹਾਂ ਆਏ ਲਾ ਦਿੱਤੇ, ਤਾਂ ਤੇ ਅਜਿਹੇ ਲੇਖ ਪ੍ਰਮਾਣ ਸੂਨ ਹੋਣੇ ਤੇ ਸ਼ਰਧਾਯੋਗ ਨਹੀਂ। ਪਰੰਤੂ ਭਾਈ ਸੁੱਖਾ ਸਿੰਘ ਜੀ ਦੇ ਕਥਨ ਦਾ ਇਹਨਾਂ ਨਾਲੋਂ ਬਹੁਤ ਭੇਦ ਹੈ, ਜਿਸ ਤੇ ਪਰਸਪਰ ਵਿਰੋਧ ਹੋਣ ਦੇ ਕਾਰਨ ਮੁਕੱਦਮੇ ਦੇ ਗਵਾਹਾਂ ਸਮਾਨ ਵਿਚਾਰ ਕਰਨ ਤੇ ਇਸ ਸਭ ਮਨ ਆਇਆ ਰੰਗ ਦਿਖਾਇਆ ਵਾਲੀ ਬਾਤ ਪ੍ਰਗਟ ਹੁੰਦੀ ਹੈ। ਹੋਰ ਦੇਵੀ ਦਾ ਪ੍ਰਗਟ ਹੋਣਾ ਕਿਤੇ ਵੀ ਸਿੱਧ ਨਹੀਂ ਹੁੰਦਾ, ਅਤੇ ਨਾ ਪ੍ਰਗਟ ਕਰਨੇ ਵਿੱਚ ਗੁਰੂ ਜੀ ਦਾ ਨਿਸ਼ਚਾ ਹੀ ਪਾਇਆ ਜਾਂਦਾ ਹੈ। ਦੋਹਰਾ। ਇਹ ਸੂਰਜ ਪ੍ਰਕਾਸ਼ ਦਾ ਦੱਸਿਆ ਮੈਂ ਕੁਛ ਹਾਲ, ਕਰ ਵਿਚਾਰ ਨਰ ਜੇ ਪੜੇ ਲੇਸੀ ਤਤ ਨਕਾਲ। ਸਿਰਲੇਖ। ਗੁਰਬਿਲਾਸ ਭਾਈ ਸੁੱਖਾ ਸਿੰਘ ਅਤੇ ਸੂਰਜ ਪ੍ਰਕਾਸ਼ ਦਾ ਪਰਸਪਰ ਵਿਰੋਧ। ਪਹਿਲਾ ਅੰਕ। ਭਾਈ ਸੁੱਖਾ ਸਿੰਘ ਜੀ ਆਪਣੇ ਗ੍ਰੰਥ ਵਿੱਚ ਲਿਖਦੇ ਹਨ ਕਿ ਜਦ ਗੁਰੂ ਜੀ ਸ਼ਿਕਾਰ ਖੇਡ ਕੇ ਆਏ, ਤਦ ਖਿਆਲ ਹੋਇਆ ਕਿ ਪੰਥ ਸਜਾਈਏ, ਕਿੰਤੂ ਇਸ ਕਾਰਜ ਲਈ ਦੇਵੀ ਪ੍ਰਗਟ ਕਰੀਏ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਹਿੰਦੂ ਅਤੇ ਮੁਸਲਮਾਨ ਸਿੱਖਾਂ ਨੂੰ ਦੁੱਖ ਦੇਣ ਲੱਗੇ, ਤਦ ਗੁਰੂ ਜੀ ਨੇ ਉਹਨਾਂ ਦੇ ਬਦਲਾ ਲੈਣਾ ਚਾਹਿਆ ਔਰ ਸੋਚਿਆ ਕਿ ਜਿਨ੍ਹਾਂ ਦੀ ਦੁਰਗਾ ਸਹਾਇਤਾ ਕਰਦੀ ਹੈ, ਉਹਨਾਂ ਦੀ ਹੀ ਰਣ ਵਿੱਚ ਫਤਿਹ ਹੁੰਦੀ ਹੈ, ਜਾਂ ਤੇ ਦੇਵੀ ਦਾ ਪੂਜਨ ਕਰਨਾ ਚਾਹੀਏ। ਦੂਜਾ। ਭਾਈ ਸੁੱਖਾ ਸਿੰਘ ਜੀ ਲਿਖਦੇ ਹਨ ਕਿ ਉਜੈਨ ਦਾ ਦੱਤਾਨੰਦ ਨਾਮੇ ਪੰਡਤ ਆਇਆ, ਅਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਕਾਂਚੀ ਦਾ ਕੇਸ਼ੋ ਦਾਸ ਪੰਡਤ ਆਇਆ। ਤੀਜਾ। ਭਾਈ ਸੁੱਖਾ ਸਿੰਘ ਜੀ ਲਿਖਦੇ ਹਨ ਕਿ ਪੰਡਤ ਨੇ ਪ੍ਰਤੱਗਿਆ ਕੀਤੀ ਸੀ ਕਿ ਜੇ ਗੁਰੂ ਸੱਚੇ ਅੰਤਰਜਾਮੀ ਹੋਏ ਤਾਂ ਮੇਰੇ ਪਾਸ ਆਪ ਆਉਣਗੇ ਔਰ ਮੈਨੂੰ ਨਹੀਂ ਬੁਲਾਉਣਗੇ। ਇਸ ਵਾਸਤੇ ਉਸ ਦੇ ਹਿਰਦੇ ਦੀ ਬੁੱਝ ਕੇ ਬਾਗ ਵਿੱਚ ਗੁਰੂ ਜੀ ਆਪ ਗਏ ਅਤੇ ਦੇਵੀ ਦੇ ਪੂਜਨ ਦਾ ਹਾਲ ਪੁੱਛਿਆ, ਅਤੇ ਉਸਨੇ ਦੱਸਿਆ। ਭਾਈ ਸੰਤੋਖ ਜੀ ਇਸ ਤੇ ਉਲਟ ਲਿਖਦੇ ਹਨ ਕਿ ਗੁਰੂ ਜੀ ਨੇ ਪੰਡਤ ਨੂੰ ਆਪਣੇ ਪਾਸ ਬੁਲਾਇਆ, ਪਰ ਉਹ
ਬਹਿਲੀ ਪਰ ਚੜ ਕੇ ਗੁਰੂ ਜੀ ਦੇ ਦਰਬਾਰ ਵਿੱਚ ਗਿਆ। ਚੌਥਾ, ਭਾਈ ਸੁੱਖਾ ਸਿੰਘ ਜੀ ਦੇ ਗੁਰਬਿਲਾਸ ਤੇ ਸਾਬਤ ਹੁੰਦਾ ਹੈ ਕਿ ਪੰਡਤ ਨੇ 2.5 ਸਾਲ ਤੱਕ ਹਵਨ ਕੀਤਾ ਪਰ ਕੁਝ ਨਾ ਹੋਇਆ। ਜਿਸ ਪਰ ਗੁਰੂ ਜੀ ਨੇ ਪੰਡਤ ਨੂੰ ਪੁੱਛਿਆ, ਉਸਨੇ 4 ਸਾਲ ਦਾ ਕੰਮ ਦੱਸਿਆ। ਭਾਈ ਸੰਤੋਖ ਸਿੰਘ ਜੀ ਆਖਦੇ ਹਨ ਕਿ 5ਵੇਂ ਮਹੀਨੇ ਸੁਪਨੇ ਵਿੱਚ ਗੁਰੂ ਜੀ ਨੂੰ ਦਰਸ਼ਨ ਦਿੱਤਾ ਅਰ ਪ੍ਰਗਟ ਹੋਣ ਦੇ ਨਿਸ਼ਾਨ ਜਤਾਏ। 5ਵਾਂ, ਭਾਈ ਸੁੱਖਾ ਸਿੰਘ ਜੀ ਆਖਦੇ ਹਨ ਕਿ ਗੁਰੂ ਜੀ ਦੇ ਪਾਸ ਆ ਕੇ ਪ੍ਰਗਟ ਹੋਈ ਅਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਸ਼ੇਰ ਪਰ ਸਵਾਰ ਹੋ ਕੇ ਪਹਾੜ ਪਰ ਖੜੀ ਹੋ ਗਈ ਸੀ। 6ਵਾਂ, ਭਾਈ ਸੁੱਖਾ ਸਿੰਘ ਜੀ ਆਖਦੇ ਹਨ ਕਿ ਗੁਰੂ ਜੀ ਨੇ ਵਰ ਮੰਗਿਆ ਕਿ ਮੈਂ ਪੰਥ ਚਲਾਵਾਂ, ਜਿਸ ਪਰ ਤੇਗ ਵਰ ਦੇ ਕੇ ਲੋਪ ਹੋ ਗਈ। ਅਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਗੁਰੂ ਜੀ ਨੇ ਇੱਕ ਵਾਰ ਦੇਖ ਕੇ ਅੱਖੀਂ ਮੀਟ ਲਈਆਂ, ਜਿਸ ਪਰ ਦੇਵੀ ਨੇ ਆਖਿਆ ਕਿ ਆਪ ਦੀ ਦੇਹ ਤਿਆਗ ਤੋਂ 40 ਸਾਲ ਮਗਰੋਂ ਪੰਥ ਦਾ ਪ੍ਰਤਾਪ ਵਧੇਗਾ, ਕਿਉਂਕਿ ਤੁਸੀਂ ਅੱਖੀਆਂ ਮੀਟ ਲਈਆਂ ਹਨ। 7ਵਾਂ, ਭਾਈ ਸੁੱਖਾ ਸਿੰਘ ਜੀ ਆਖਦੇ ਹਨ ਕਿ ਪੰਡਤ ਨੇ ਗੁਰੂ ਤੇ ਭੇਟਾ ਲਈ ਸਾਹਿਬਜ਼ਾਦੇ ਮੰਗੇ ਅਤੇ ਭਾਈ ਸੰਤੋਖ ਸਿੰਘ ਜੀ ਆਖਦੇ ਹਨ ਕਿ ਗੁਰੂ ਜੀ ਨੂੰ ਦੇਵੀ ਨੇ ਖੁਦ ਆਪਣੀ ਭੇਟਾ ਲੈਣ ਲਈ ਕਿਹਾ, ਜਿਸ ਪਰ ਗੁਰੂ ਜੀ ਨੇ ਕਰਦ ਨਾਲ ਆਪਣਾ ਹੀ ਲੋਹੂ ਦਿੱਤਾ ਔਰ ਆਪਣੇ ਹਥਨੇ ਦਾ ਯਤਨ ਕੀਤਾ। ਇਸ ਤੇ ਅੱਗੇ ਇਹ ਵੀ ਆਖਿਆ ਕਿ 4 ਸਾਹਿਬਜ਼ਾਦੇ ਜਦ ਜੰਗ ਵਿੱਚ ਸ਼ਹੀਦ ਹੋਣਗੇ ਉਹ ਵੀ ਮੈਂ ਆਪਦੀ ਭੇਟਾ ਦੇਵਾਂਗਾ। ਇਸ ਤਰ੍ਹਾਂ ਜੋ ਹਜ਼ਾਰਾਂ ਸਿੱਖ ਯੁੱਧ ਵਿੱਚ ਮਰਨਗੇ ਸੋ ਵੀ ਸਭ ਤੇਰੀ ਹੀ ਭੇਟਾ ਹੋਣਗੇ। ਜਿਸ ਦਾ ਤਾਤਪਰਜ ਇਹ ਹੈ ਕਿ ਗੁਰੂ ਜੀ ਨੇ ਦੇਵੀ ਨਾਲ ਇਕਰਾਰ ਕੀਤਾ ਕਿ ਅਸੀਂ ਤੁਹਾਡੇ ਤਾਈਂ ਆਪਣੇ ਸਾਰੇ ਸਿੱਖ ਜੋ ਯੁੱਧ ਜੰਗਾਂ ਵਿੱਚ ਮਰਨਗੇ ਭੇਜਦੇ ਰਹਾਂਗੇ। ਇਸ ਤੇ ਦੇਖਿਆ ਜਾਂਦਾ ਹੈ ਕਿ ਇਹਨਾਂ ਦੋਨਾਂ ਕਵੀਆਂ ਦਾ ਆਪਸ ਦਾ ਇਸ ਮਾਮਲੇ ਵਿੱਚ ਪਰਸਪਰ ਕਿਤਨਾ ਵਿਰੋਧ ਹੈ, ਜਿਸ ਤੇ ਸਾਬਤ ਹੁੰਦਾ ਹੈ ਕਿ ਇਹ ਸਾਰਾ ਕਿੱਸਾ ਇੱਕ ਬਨਾਵਟੀ ਹੈ ਜਿਸ ਤੇ ਮੰਨਣੇ ਦੇ ਯੋਗ ਨਹੀਂ ਹਨ ਜਾਂ ਜਿਸ ਤੇ ਮੰਨਣੇ ਦੇ ਯੋਗ ਨਹੀਂ ਹੈ। ਦੋਹਰਾ, ਤਾਤੇ ਤਜ ਕਰ ਮੂੜਤਾ ਗਹੋ ਗਿਆਨ ਮਨ ਮਾਏ, ਐਸੇ ਕਵੀਨ ਵਾਕ ਪਰ ਰੰਚਕ ਭੂਲੋ ਨਾਹੇ। ਅਗਲਾ ਸਿਰਲੇਖ ਬਾਬਾ ਸੁਮੇਰ ਸਿੰਘ ਸਾਹਿਬ ਵਾਲੇ ਗੁਰਬਿਲਾਸ ਦੇ ਸਿਧਾਂਤ ਦਾ ਸੰਖੇਪ ਵਰਤਾਂਤ। ਸਵਈਆ, 10ਵੇਂ ਗੁਰਦੇਵ ਦਿਆ ਨਿਧ ਜੂ ਕਰਨਾ ਕਰਕੇ ਨਿਜ ਹੱਥ ਪਸਾਰੋ, ਭਾਵ ਸਿੰਧ ਵਿਖੇ ਬਹਿ ਜਾਤਨ ਕੋ ਨਿਜ ਦੇ ਸ਼ਕਤੀ ਗਹਿ ਪਾਰੇ ਉਤਾਰੋ। ਭ੍ਰਮ ਫਾਸ ਵਿਖੇ ਪਸ ਬੰਧ ਭਏ ਤਿਨ ਕੇ ਸਭ ਬੰਧਨ ਦੂਰ ਵਿਦਾਰੋ। ਕਵੀ ਦਿੱਤ ਹਰੀ ਅਗ ਜੀਵਨ ਕੋ ਕਰ ਵਕ ਮਯੂਖਨ ਕੋ ਜਿਆਰੋ। ਤਬ ਪੰਥ ਗ੍ਰੰਥ ਗੁਰੂ ਤਜ ਕੈ ਮਨ ਮਤ ਕਰੈ ਇਹ ਆਪ ਬਚਾਓ। ਗੋਰ ਮੜੀ ਮਟ ਪੂਜਤ ਹੈ ਇਨ ਪਾਪ ਪਿਸਾਚਨ ਤੇ ਛੁਟਕਾਓ। ਦੇਵਲ ਦੇਵ ਪੁਜੈ ਨਾ ਸੁਝੈ ਕਰਕੇ ਕਰਨਾ ਸ਼ੁਭ ਮਾਰਗ ਪਾਓ। ਪਤ ਖੋਵਤ ਬੇਮੁਖ ਹੋ ਗੁਰ ਤੇ ਮੁੜ ਫੇਰ ਇਸੇ ਚਰਣੀ ਨਿਜ ਲਾਓ। ਦੋਹਰਾ, इन्हें अपने अज्ञान को अर्पण कर गुर माए। दोख लगाया लाज तज रंच डरे मन नाए। भड़क भड़क ही न मरै करो दया गुरुदेव तजय उपासन और की करें तिहारी सेव। इस देवी का जो पड़ा इनमै आन घमंड श्री मुख वाक प्रचंड ते खंडन करो पखंड। दुर्गा भगत। दोहरा, ਤੂੰ ਦੁਰਗਾ ਦਾ ਸੇਵਨਾ ਮਾਨਤ ਨਾ ਕਿਸ ਹੇਤ। ਬਾਬਾ ਸਿੰਘ ਸੁਮੇਰ ਜਿਸੇ ਆਪ ਗਵਾਹੀ ਦੇਤ। ਚੌਪਈ, ਫਟਨਾ ਤਖਤ ਗੁਰੂ ਦਾ ਭਾਰਾ ਜਿਸ ਜਾਗਾ ਗੁਰ ਧਾਰੇ ਅਵਤਾਰਾ। ਤਿਸਕੇ ਰਹਿਨ ਹਾਰ ਵੱਡ ਪੂਰਾ ਸਿੱਖੀ ਮਾਤਮੈ ਨਹੀਂ ਅਧੂਰਾ। ਕੱਛ ਕੜੇ ਕਿਰਪਾਨ ਸੁਹਾਏ ਨੀਲਾ ਬਾਣਾ ਅਦਕ ਸਜਾਏ। ਚੱਕਰ ਕਰਦਾ ਸਜੀ ਕਨੇਰੀ ਸ੍ਰੀ ਸਾਹਿਬ ਗਾਤਰ ਮੈਂ ਹੇਰੀ। ਸੀਸ ਦੁਮਾਲਾ ਸੁੰਦਰ ਸੋਹੇ ਦੇਖ ਰੂਪ ਨਿਜ ਕੋ ਮਨ ਮੋਹੇ। ਵਿਦਿਆ ਮਾਨ ਕਬੀਸ਼ਰ ਭਾਰੇ ਗਿਆਨ ਬੁੱਧ ਯਸ਼ ਮੈਂ ਉਜਿਆਰੇ। ਅਰ ਗੁਰ ਅੰਸ਼ ਵੱਡੇ ਪ੍ਰਤਾਪੀ ਜਿਨ ਮਿਥਿਆ ਨਾ ਗਿਰਾ ਅਲਾਪੀ। ਸੁਮੇਰ ਸਿੰਘ ਸਾਹਿਬ ਜਿਨ ਨਾਮਾ ਅਹੇ ਮਹੰਤ ਗੁਰੂ ਕੇ ਧਾਮਾ। ਤਿਨੇ ਕੇ ਆਪਣਾ ਗ੍ਰੰਥ ਬਣਾਇਆ ਗੁਰਬਿਲਾਸ ਜਿਸ ਨਾਮ ਰਖਾਇਆ।
तिसमें दसम गुरु की कथा, कही बुद्ध में आई जथा। उस विच देवी दी वडियाई, जो बाबा जी मुखों अलाई। जो आखन ते बाहर सारी, सुनत आनंद देत मन भारी। ਜੇਕਰ ਤੂੰ ਉਸ ਨੂੰ ਸੁਣ ਲੇਵੇਂ, ਮੁੜ ਕੇ ਉੱਤਰ ਫੇਰ ਨਾ ਦੇਵੇਂ। ਜਦ ਮੈਂ ਪੜਿਆ ਓ ਗ੍ਰੰਥ, ਜਿਸ ਨੂੰ ਮੰਨੇ ਸਾਰਾ ਪੰਥ। ਤਦ ਨਿਸ਼ਚਾ ਮੇਰਾ ਦਿੜ ਭਇਆ, ਮਨ ਦਾ ਭਰਮ ਸਭੀ ਮਿਟ ਗਿਆ। ਸ੍ਰੀ ਦੁਰਗਾ ਗੁਰ ਠੀਕ ਮਨਾਈ, ਜਿਸ ਪਰ ਧਰ ਥਲ ਪ੍ਰਗਟ ਆਈ। ਇਸ ਕੀ ਆਗਿਆ ਗੁਰ ਨੇ ਪਾਏ, ਦਿੱਤਾ ਸਾਰਾ ਪੰਥ ਸਜਾਏ। ਤਾਂ ਤੇ ਜੇ ਤੂੰ ਮੈਨੂੰ ਆਖੇ, ਰੰਚਕ ਰੋਸ਼ ਨਾ ਮਨ ਮੈਂ ਰਾਖੇ। ਤਾਂ ਤੈਨੂੰ ਮੈਂ ਦਿਆਂ ਸੁਨਾਏ, ਤੇਰੀ ਸ਼ੰਕਾ ਸਭ ਮਿਟ ਜਾਏ। ਧਨ ਹੈਨ ਗੁਰ ਅੰਸ਼ ਅਜੇਹੇ, ਜਿਨ ਪ੍ਰਸੰਗ ਗੁਰੂ ਕੇ ਕੇਹੇ। ਤਤ ਖਾਲਸਾ ਦੋਹਰਾ। ਮੇਰਾ ਹੱਠ ਇਸ ਵਿੱਚ ਨਾ ਕਿਸੀ ਤਰ੍ਹਾਂ ਦਾ ਭਰਾਤ, ਕਿਉਂ ਮੰਨਾ ਨਾ ਉਸ ਨੂੰ ਜੋ ਹੈ ਸੱਚੀ ਬਾਤ। ਚੌਪਈ। ਤੈਂ ਜੋ ਤਿਨ ਕੀ ਕਰੀ ਵਡਾਈ, ਸੋ ਮੇਰੇ ਮਨ ਕੋ ਸੁਖਦਾਈ। ਐਸੇ ਸਿੰਘ ਪੰਥ ਦੇ ਮੁਖੀਆ, ਮੇਟ ਭਰਮ ਦੁਖ ਕਰਤੇ ਸੁਖੀਆ। ਤਿਨਕੇ ਬਚਨ ਸਤ ਜੇ ਹੋਵਤ, ਕੌਣ ਕੰਠ ਮੈਂ ਨਾਇ ਪਰੋਵਤ। ਪਰ ਇਸ ਮੈਂ ਇੱਕ ਬਾਤ ਪਿਆਰੇ, ਹੈ ਸਭ ਹੀ ਜਨ ਕੇ ਅਧਿਕਾਰੇ। ਉੱਪਰਲੀ ਤਨ ਕੀ ਛਬ ਦੇਖ, ਅਰ ਸੁੰਦਰ ਸਾਜਿਆ ਵਡ ਵੇਖ। ਬਹੁਰ ਕੁਲੀਨ ਦੀਨ ਵਡਿਆਈ, ਹੈ ਚੰਗੀ ਜੇ ਹੋ ਸਚਿਆਈ। ਪਰ ਇਨ ਸਭ ਸ਼ੁਭ ਗੁਣ ਕੇ ਸੰਗਾ, ਨਹੀਂ ਸਤਕੋ ਜਾਮੈ ਰੰਗਾ। ਸੋ ਸ਼ਰਦਾ ਕੇ ਯੋਗ ਨ ਪਿਆਰੇ, ਕਹਿਤ ਬੁੱਧ ਜਨ ਸਗਲ ਪੁਕਾਰੇ। ਸ਼ਰਦਾ ਵਾਗ ਸਤ ਪਰ ਹੋਵਤ, ਬਾਹਰ ਭੇਖ ਨ ਕੋਈ ਜੋਵਤ। ਬਾਲ ਬ੍ਰਿਧ ਅਰ ਰੂਪ ਕਰੂਪਾ, ਸਤ ਬਚਨ ਕਰ ਪਾਵਤ ਊਪਾ। ਅਤ ਸੁੰਦਰ ਚਾਤਰ ਵੱਡ ਭਾਰੀ, ਮਿਥਿਆ ਬੋਲ ਦੇਤ ਪਤਹਾਰੀ। ਇਹੋ ਬਾਤ ਵਿਵੇਕ ਅਲਾਈ, ਜੋ ਪ੍ਰਬੋਧ ਚੰਦਰ ਮੈਂ ਗਾਈ। ਮਹਾ ਮਹਨ ਜਬ ਕਾਮ ਨਕਾਰਾ, ਆਪਣਾ ਹੀ ਯਸ਼ ਗਾਵਤ ਸਾਰਾ। ਅਰੇ ਆਪਣੇ ਮਨ ਪਿਤ ਕੀ ਸ਼ੋਭਾ, ਭਾਖਤ ਪਾਏ ਜਨ ਨਮਨ ਪਰੋਭਾ। ਕਹੇ ਅਸੀਂ ਪਿਤ ਆਗਿਆਕਾਰੀ, ਅਰ ਵਿਵੇਕ ਤਿਸ ਤੇ ਨਕਾਰੀ। ਇਸ ਹੀ ਤੇ ਮਨ ਬਾਪ ਹਮਾਰੇ, ਪਕਰ ਵਿਵੇਕ ਦੂਰ ਕਰ ਡਾਰੇ। ਜਿਸ ਕੀ ਇਹ ਬਾਣੀ ਤਬ ਸੁਨ ਕੇ, ਕਹਿਓ ਵਿਵੇਕ ਸੀ ਸਕੋ ਧੁਨ ਕੇ। ਸੋ ਆਗੇ ਮੈਂ ਤੋ ਸੁਨਾਵਾਂ, ਤੇਰੇ ਮਨ ਕੀ ਸ਼ੰਕ ਮਿਟਾਵਾਂ। ਯਥਾ। हे मूर्ख जे यव कह मोही, मन का त्याग कियो त्यों क्यों तोही। भले प्रकार सुनाऊं बाता, पंडित गुरु और पित माता। अयोग चेष्टा विचरिया लोरे, त्यागै तां भले जे होरे। अयोग बचन खंडै ब्रह्मा को, मानै बचन योग नीचन को। ताते बाद सिद्ध ये होई, ऊपर वेख न रीजत कोई। जिस बानी मैं हो सच्चाई, शरदा योग वही है भाई। ताते मैनू आख सुनाओ, सारा खोल भेद समझाओ। क्या बाबा जी ग्रंथ बनाया, जिसमें दुर्गा नू प्रगटाया। जे सच्चा होया प्रसंग, ता मन्नांगा होए नसंग। अरजे ए भी पहिलियां वांग, पानी विच चलावे डांग। ता मन्नण मैनू है औखा, ए रस्ता मैं दसिया सौखा। ताते खोल जराए भेत, क्या बाबा जी बीजिया खेत। मैं कुमाद कै काने फिके, ना है कुमाद के काने फिके। मुंह देखे ना लाई टिके। दुर्गा भगत दोहरा। तेरे अगे आउणा जो कुछ सारा हाल, देख लई अजमाए के कैसा ओना ख्याल। ਉਹ ਇਸ ਤਰ੍ਹਾਂ ਸੁਣਾਉਂਦੇ ਹਨ ਸਾਰਾ ਪ੍ਰਸੰਗ, ਜਿਸ ਦੇ ਸ਼ਰਵਣ ਕਰਨ ਤੇ ਮਨ ਵਿੱਚ ਹੋਏ ਉਮੰਗ। ਯਥਾ। ਚੌਪਈ। ਜਬ ਸਤਿਗੁਰ ਗੁਰ ਗਾਦੀ ਰਾਜੇ, ਕੀਏ ਮਨੋਰਥ ਪੂਰਨ ਕਾਜੇ। ਪੂਛੀ ਛਿਪਰ ਵਿਪਰ ਹੈ ਜੋਈ, ਲਿਓ ਦੀਵਾਨੀ ਮਮ ਕਰ ਸੋਈ। ਮਤੀ ਦਾਸ ਅਰ ਸਤੀ ਦਾਸ ਜਨ, ਰਹੇ ਪਿਤਾ ਟਿਕ ਪ੍ਰਾਨ ਦਾਨ ਸਨ। ਦੁਰਗਾ ਮਲ ਹੀਰਾ ਨੰਦ ਛਿਪਰ, ਗੁਰ ਹਿਰ ਰਾਏ ਨਿਕਟ ਰਹੇ ਬਿਪਰ। ਅਬ ਤਿਨ ਕੀ ਕੁਲ ਕੋ ਜੋ ਕੋਈ, ਹਾਜ਼ਰ ਹੋਏ ਹੁਕਮ ਦਿਆ ਸੋਈ। ਸਾਹਿਬ ਚੰਦ ਧਰਮ ਚੰਦ ਦੋਊ, ਹਾਥ ਜੋਰ ਠਾਂਡੇ ਭੇ ਸੋਊ।
ਕਾਰ ਬਾਰ ਗੁਰਦੁਆਰ ਅਪਾਰਾ, ਹੈ ਅਤ ਕਠਨ ਹੋਏ ਕਿਮ ਸਾਰਾ। ਸਤਿਗੁਰ ਕਹੀ ਕਰਮ ਜਿਮ ਆਗੇ, ਤਿਮਹੀ ਕਰੋ ਕਿਰਪਨਤਾ ਤਿਆਗੇ। ਧਰਮ ਚੰਦ ਲਹਕਾਰ ਖਜ਼ਾਨਾ, ਸਾਹਿਬ ਚੰਦ ਕਰ ਬਾਹਰ ਦੀਵਾਨਾ। ਦੇਵੀ ਦਿੱਤਾ ਦਿਜਵਰ ਗੁਨੀ, ਪੌਰਾਣਿਕ ਪ੍ਰਮਾਣਿਕ ਮੁਨੀ। ਜੇ ਸਭ ਸਾਹਿਬ ਗਾਦੀ ਥਿਰੇ, ਸਦਾ ਸਮੀਪੀ ਸ਼ਰਧਾ ਕਰੇ। ਇੱਕ ਦਿਨ ਭਾਰਤ ਕਥਾ ਪ੍ਰਕਾਸ਼, ਭੀਮ ਸੈਨ ਬਲ ਬਰਨ ਬਿਲਾਸ। ਜੇ ਕੁੰਦਕ ਇਵ ਗਜ ਬਿਗਰਾਏ, ਅਬ ਲੋਗੂ ਮਤ ਆਕਾਸ਼ਨ ਆਏ। 10,000 ਮਤ ਗਜ ਬਲ ਤਾਕੇ, ਭੀਮ ਸੈਨ ਸਮ ਕੋ ਬੋਲਤਾ ਬਾਕੇ। ਪ੍ਰਭੂ ਪੂਛੀ ਅਸਥਲ ਕਿਮ ਪਾਇਓ, ਪੰਡਿਤ ਕਹਿ ਦਿਜ ਲਾਜ ਜਮਾਇਓ। ਜਗ ਕਰਿਓ ਪੂਜੀ ਜਗਦੰਬਾ, ਤਾਤੇ ਭਇਓ ਸੁਬਾਲ ਅਵਲੰਭਾ। ਜਗ ਕਰਨ ਤੇ ਅਸਬਲ ਹੋਈ, ਵੇਦ ਪੁਰਾਣ ਸੰਤ ਕੈ ਸੋਈ। ਹਮਹੂ ਜਗ ਕਰੈ ਕਰਵੈ ਹੋ, ਹਮਹੂ ਜਗ ਕਰੈ ਕਰਵੈ ਹੋ। ਕਿਦੋ ਕਥਾ ਮਾਤਰ ਸਮਝੈ ਹੋ, ਪੰਡਿਤ ਕਹਾ ਨ ਜਾਗ ਕਰੈ ਹੋ। ਤਉ ਕਾਂਪੈ ਚਾਕਰੀ ਕਰੈ ਹੋ। ਸ਼੍ਰੀ ਮੁਖ ਕਹੀ ਜਗ ਹਮ ਕਰਹੈ, ਮਨ ਮਾਨੀ ਦੁਖ ਨਾ ਹੂੰ ਧਰਹੈ। ਪ੍ਰਗਟ ਭਵਾਨੀ ਦਰਸ਼ਨ ਦਹਿ, ਜਗ ਕੁੰਡ ਤੇ ਅਨੰਤ ਨ ਜੈ। ਦੋਹਰਾ ਬਾਬਾ ਜੀ ਨੇ ਦੱਸਿਆ ਜੋ ਉੱਤਮ ਆਚਾਰ, ਜੋ ਗੁਰ ਗਾਦੀ ਬੈਠ ਕੇ ਕੀਤਾ ਪਰਮ ਉਦਾਰ। ਭਾਵ ਬਾਬਾ ਜੀ ਨੇ ਦੇਵੀ ਪ੍ਰਗਟ ਕਰਨ ਦਾ ਕਾਰਨ ਇਹ ਦੱਸਿਆ ਕਿ ਜਦ ਗੁਰੂ ਜੀ ਗੱਦੀ ਪਰ ਬੈਠ ਗਏ ਤਦ ਉਹਨਾਂ ਨੇ ਛਿਪਰ ਜਾਤੀ ਦੇ ਬ੍ਰਾਹਮਣ ਬੁਲਾਏ ਅਰੇ ਆਪਣੇ ਘਰ-ਬਾਰ ਦਾ ਸਾਰਾ ਪ੍ਰਬੰਧ ਉਹਨਾਂ ਦੇ ਹੱਥ ਵਿੱਚ ਦੇਣ ਲਈ ਆਖਿਆ। ਭਾਵੇਂ ਬ੍ਰਾਹਮਣਾਂ ਨੇ ਇਨਕਾਰ ਵੀ ਕੀਤਾ, ਪਰੰਤੂ ਤਾਂ ਵੀ ਗੁਰੂ ਜੀ ਨੇ ਉਹਨਾਂ ਦੇ ਹੀ ਹਵਾਲੇ ਸਭ ਕਾਰੋਬਾਰ ਕਰ ਦਿੱਤਾ। ਜੈਸਾ ਕਿ ਧਰਮਚੰਦ ਦੇ ਹੱਥ ਖਜ਼ਾਨੇ ਦਿੱਤੇ ਅਰ ਸਾਹਿਬ ਚੰਦ ਦੇ ਘਰ ਬਾਹਰ ਦੀ ਦੀਵਾਨੀ ਲੀਤੀ। ਇਸੇ ਤਰ੍ਹਾਂ ਇੱਕ ਦੇਵੀ ਦਿੱਤਾ ਨਾਮੇ ਪੁਰਾਣਕ ਸਾ, ਉਹ ਪੁਰਾਣਾ ਦੀ ਕਥਾ ਸੁਣਾਉਂਦਾ ਹੁੰਦਾ ਸੀ, ਜਿਸ ਤੇ ਇੱਕ ਦਿਨ ਭੀਮ ਚੰਦਰ ਦੇ ਬਲ ਦੀ ਕਥਾ ਆਈ ਕਿ ਉਹਨਾਂ ਨੇ ਲੜਾਈ ਵਿੱਚ ਖੁੱਦੋ ਵਾਂਗ ਹਾਥੀ ਭੁਆ ਕੇ ਮਾਰੇ, ਜਿਸ ਤੇ ਉਹ ਅੱਜ ਤੱਕ ਆਕਾਸ਼ ਵਿੱਚ ਹੀ ਭੌਂਦੇ ਹਨ। ਇਸ ਵਾਰ ਗੁਰੂ ਜੀ ਨੇ ਪੁੱਛਿਆ ਕਿ ਭੀਮ ਵਿੱਚ ਇਤਨਾ ਬਲ ਕਿਸ ਤਰ੍ਹਾਂ ਹੋ ਗਿਆ ਸੀ, ਜਿਸ ਦਾ ਉੱਤਰ ਦੇਵੀ ਦਿੱਤੇ ਨੇ ਇਹ ਦਿੱਤਾ ਕਿ ਉਸਨੇ 1.25 ਲੱਖ ਬ੍ਰਾਹਮਣ ਨੂੰ ਭੋਜਨ ਛਕਾਇਆ ਸਾ ਅਰ ਜੱਗ ਕਰਕੇ ਹਵਨ ਕੀਤਾ, ਫਿਰ ਦੇਵੀ ਨੇ ਵਰ ਦਿੱਤਾ ਸੀ। ਇਸ ਵਾਰ ਗੁਰੂ ਜੀ ਨੇ ਕਥਨ ਕੀਤਾ ਕਿ ਕਿਆ ਤੁਸੀਂ ਵੀ ਅਜਿਹਾ ਜੱਗ ਕਰ ਸਕਦੇ ਹੋ ਕਿ ਐਵੇਂ ਗੱਲਾਂ ਨਾਲ ਹੀ ਪਰਚਾਉਂਦੇ ਹੋ। ਇਸ ਨੂੰ ਸੁਣ ਕੇ ਪੰਡਿਤ ਨੇ ਬੇਨਤੀ ਕੀਤੀ ਕਿ ਹੇ, ਅਸੀਂ ਜੱਗ ਨਹੀਂ ਕਰਾਂਗੇ ਤਾਂ ਕਿਆ ਕਿਸੇ ਦੀ ਨੌਕਰੀ ਕਰਕੇ ਖਾਵਾਂਗੇ? ਜੇ ਅਸੀਂ ਜੱਗ ਨਹੀਂ ਕਰਾਂਗੇ ਤਾਂ ਕਿਆ ਕਿਸੇ ਦੀ ਨੌਕਰੀ ਕਰਕੇ ਖਾਵਾਂਗੇ? ਜਦ ਉਸ ਪੰਡਿਤ ਨੇ ਇਤਨਾ ਦਮ ਮਾਰਿਆ ਤਦ ਗੁਰੂ ਜੀ ਨੇ ਕਿਹਾ ਕਿ ਅੱਛਾ, ਅਸੀਂ ਵੀ ਜੱਗ ਕਰਾਉਂਦੇ ਹਾਂ, ਤੁਸੀਂ ਸਾਨੂੰ ਵੀ ਦੇਵੀ ਪ੍ਰਗਟ ਕਰ ਦੇਵੋ। ਦੋਹਰਾ ਇਹ ਇਸ ਦਾ ਸਭ ਭਾਵ ਹੈ। ਕਹੀ ਕਵੀ ਜੋ ਗਾਥ, ਇਸ ਨੂੰ ਆਪ ਵਿਚਾਰੀਏ ਨੀਕੇ ਮਨ ਕੇ ਸਾਥ। ਜੈਸੇ ਸੁਖਾ ਸਿੰਘ ਯਰ ਸ੍ਰੀ ਸੰਤੋਖ ਮਿਰਗੇਸ਼, ਦੁਰਗਾ ਪੂਜਨ ਹੈ ਕਿਹਾ ਤਿਮ ਇਨ ਦਿਆ ਸੰਦੇਸ਼। ਤਤ ਖਾਲਸਾ। ਦੋਹਰਾ कहाँ कहो इस अकल का, कहाँ कहो इस अकल का, जो तुम मह प्रताप बिन सोचे ही बात के दृढ़ कर लेवत आप। चौपई पहले ताए बात अशुद्ध, समझ देख तू अपनी बुद्ध। जो बाबा जी नमी बना के दसी है पुस्तक मैं पाके। जो गुरु देवी दित पास, सुने पुराण धार मन आस। भीम चंद का बल सुन भाई, अदक मंग मन भीतर आई। सोए पहले कवियन बात, नहीं कही पढ़ देख भरात। सुखा सिंह बतावे ऐसे, खेल शिकार गुरु मुड़ बैसे। आकरे अपने महल मझारी, तब यह मन के माए विचारी। पंथ साजना चाहिए भारा, जिसते सुख पावे संसारा।
ਇਸ ਦੇ ਉਲਟ ਰਬ ਪ੍ਰਕਾਸ਼ ਵਰਣਨ ਕਰਦਾ ਨਾਲ ਹੁਲਾਸ। ਆਖੇ ਜਦ ਸਤਿਗੁਰ ਨੇ ਸਿੱਖੀ ਹਿੰਦ ਤੁਰਕ ਤੋਂ ਦੁਖੀਆਂ ਪਿੱਖੀ। ਅਰ ਸੰਗਤ ਨੇ ਆ ਪਗ ਮਾਹੀ ਅਨਕ ਭਾਂਤ ਕੇ ਦੁਖ ਮਹਾਹੀ। ਕਹੇ ਹਿੰਦੂ ਤੁਰਕਨ ਤੇ ਹੋਵਤ ਆਵਦ ਜਾਦ ਤਨੋ ਪਦ ਖੋਵਤ। ਜਿਸ ਪਰ ਰੇਸ ਗੁਰਪੰਥ ਚਲਾਨਾ ਅਰ ਦੇਵੀ ਕਾ ਜੋ ਪ੍ਰਗਟਾਨਾ। ਕੀਨਾ ਸ਼ਕਲ ਉਪਾਏ ਨਵੀਨ ਹਰ ਸੰਤੋਖ ਏਕ ਅਧੀਨ। ਸੁਮੇਰ ਸਿੰਘ ਜੀ ਨੇ ਜੋ ਗਾਇਆ ਸੋ ਦੋਨਾਂ ਤੇ ਉਲਟ ਬਤਾਇਆ। ਦੇਵੀ ਦਿੱਤੇ ਦੀ ਸੁਨ ਕਥਾ ਆਏ ਗਈ ਗੁਰ ਜੀ ਮਨ ਯਥਾ। ਤਿਸੀ ਤਰ੍ਹਾਂ ਬਲ ਪਾਵਨ ਹੇਤਾ ਉਤਮ ਕਰਾ ਨਾਥ ਜੂ ਏਤਾ। ਹੁਣ ਹਿਨ ਤੀਨੋਂ ਮਾਏ ਪਿਆਰੇ ਸਾਚਾ ਕੌਣ ਕਹੋ ਮਨ ਧਾਰੇ। ਦੋ ਪਹਿਲੇ ਕੇ ਬਾਬਾ ਏ ਠੀਕ ਗਵਾਹੀ ਆਪਣੀ ਦੇ। ਜਾਂ ਪਹਿਲਿਆਂ ਨੇ ਝੂਠ ਬਤਾਇਆ ਕਹਿ ਬਾਬਾ ਜੀ ਜਕੜ ਲਾਇਆ। ਇਸ ਪਰ ਪਹਿਲੇ ਕਰੋ ਵਿਚਾਰ ਸੱਚ ਝੂਠ ਫਿਰ ਲਿਓ ਨਤਾਰ। ਦਵਈਆ ਦੇਖੋ ਬਾਬਾ ਜੀ ਨੇ ਸਭ ਤੇ ਨਵੇਂ ਢੰਗ ਕਰ ਦੀਨੇ। ਆਖੇ ਗੱਦੀ ਬੈਠ ਗੁਰੂ ਨੇ ਬ੍ਰਾਹਮਣ ਹੀ ਸਦ ਲੀਨੇ। ਕਿਸੇ ਦੀਵਾਨ ਬਣਾਇਆ ਆਪਣਾ ਸੌਂਪਿਆ ਕਿਸੇ ਖਜ਼ਾਨਾ। ਕੋਈ ਪਾਸ ਰਹੇ ਹਰ ਵੇਲੇ ਕਥਾ ਸੁਣਾਏ ਪੁਰਾਨਾ। ਅਰ ਬ੍ਰਾਹਮਣ ਤਾਂ ਗੁਰੂ ਨੂੰ ਆਖਣ ਸਾਥੋਂ ਕੰਮ ਨਾ ਹੁੰਦੇ। ਪਰ ਸਤਿਗੁਰੂ ਜੀ ਬੱਦੋ ਬਦੀ ਸਨ ਉਨਕੋ ਅੱਗੇ ਢੋਂਦੇ। ਕਿਆ ਕੋ ਸਿੱਖ ਨਾ ਸੀਹਤ ਬਾਰੀ ਰੱਖੇ ਸਾਂਭ ਖਜ਼ਾਨਾ। ਜਿਸ ਤੇ ਸਿੱਖ ਦੀਵਾਨੇ ਦੇਖੇ ਬ੍ਰਾਹਮਣ ਕਰਾ ਦੀਵਾਨਾ। ਨੰਦ ਚੰਦ ਦੀਵਾਨ ਗੁਰੂ ਦਾ ਅੱਜ ਤੀਕ ਸਭ ਕਹਿੰਦੇ। ਜਿਸ ਦਾ ਨਗਰ ਡਹਰੋਲੀ ਹੈ ਹਠੀ ਸਿੰਘ ਜੈ ਰਹਿੰਦੇ। ਹਨ ਸੰਤਾਨ ਦੀਵਾਨ ਸਗਲ ਹੀ ਸਿੱਖ ਸੇਵਕਾਂ ਵਾਲੇ। ਤਿਨ ਕੋ ਤਾਜ ਕਰ ਬਾਬਾ ਜੀ ਕਿਉਂ ਸਾਹਿਬ ਚੰਦ ਨਿਕਾਲੇ। ਕੇਹੀ ਬਾਦ ਅਚੰਬੇ ਵਾਲੀ ਬਾਬਾ ਜੀ ਲਿਖ ਮਾਰੀ। ਗੱਦੀ ਬੈਠ ਗੁਰੂ ਜੀ ਪਹਿਲੇ ਇਹੋ ਕਰੀ ਤਿਆਰੀ। ਸਦੋ ਬ੍ਰਾਹਮਣ ਛੇਤੀ ਤਿਨ ਕੋ ਸੌਂਪ ਖਜ਼ਾਨੇ ਸਾਰੇ। ਅਰ ਕਰ ਬਾਹਰ ਹਵਾਲੇ ਕਰਕੇ ਬੈਠੋ ਹੋਏ ਕਿਨਾਰੇ। ਭੁੱਖੀ ਬਿੱਲੀ ਰਾਖੀ ਕੀਤੀ ਦੁੱਧ ਦਹੀਂ ਦੀ ਚੰਗੀ। ਬਿਨ ਪੁੱਛੇ ਹੀ ਚਟਮ ਕਰਸੀ ਸਕਲ ਦਰਬ ਬਿਨ ਮੰਗੀ। ਅੰਧੇ ਨੂੰ ਕੀ ਚਾਹੀਏ ਭਾਈ ਦੋਨੋਂ ਨੈਣ ਬਤਾਓ। ਖੁੱਲਾ ਮਿਲਿਆ ਖਜ਼ਾਨਾ ਗੁਰੂ ਦਾ ਬੈਠੇ ਮੌਜ ਉਡਾਓ। ਫਿਰ ਜੋ ਅੰਦਰ ਬਾਹਰ ਗੁਰਦੇ ਲੈ ਬੈਠੇ ਮੁਖਤਿਆਰੀ। ਜਾਣ ਗਏ ਕਾਨ ਮਿਲੀ ਹੈ ਦੌਲਤ ਦੀ ਇੱਕ ਭਾਰੀ। ਲੁੱਟਣ ਪੁੱਟਣ ਨੂੰ ਮਨ ਚਾਹਿਆ ਢੂੰਡਣ ਦਾਓ ਘਨੇਰੇ। ਅਰ ਲੋਭੀ ਨੂੰ ਹਨ ਮਿਲ ਜਾਂਦੇ ਫੰਦ ਫਰੇਬ ਬਥੇਰੇ। ਧਰਮ ਚੰਦ ਨੇ ਸਾਂਭ ਖਜ਼ਾਨਾ ਧਰਮ ਆਪਣਾ ਜਾਨਾ। ਆਪਣੇ ਭਾਈਚਾਰੇ ਤਾਈ ਉਸ ਤੇ ਮਜੇ ਉਡਾਨਾ। ਅੱਗੋਂ ਦੇਵੀ ਦਿੱਤ ਨੇ ਤਾਂ ਆਪਣੇ ਦੇਵਨ ਹਾਰੀ। ਹੋਰ ਦੇਵਤਿਆਂ ਨਾਲੋਂ ਚੰਡੀ ਮਨ ਦੇ ਵਿੱਚ ਵਿਚਾਰੀ। ਜਿਸ ਤੇ ਪੜ ਪੁਰਾਣ ਗੁਰੂ ਢਿਗ ਗੱਲਾਂ ਭੀਮ ਸੁਣਾਵੇ। ਕਰ ਕਰਕੇ ਗੁਰ ਨੂੰ ਮਤਲਬ ਉੱਪਰ ਲਿਆਵੇ। ਪਰ ਗੁਰ ਜਾਣੀ ਜਾਨ ਹਿਰਦੇ ਦੀ ਤਾੜ ਗਏ ਸਭ ਗਾਥਾ। ਪੁੱਛਣ ਲੱਗੇ ਕਹੋ ਮਿਸ਼ਰ ਜੀ ਕਿਉਂ ਬਲ ਥਾ ਤਿਸ ਹਾਥਾ। ਜਿਸ ਪਰ ਬ੍ਰਹਮ ਭੋਜ ਹੀ ਦਸਿਆ ਕਰਨਾ ਜਗ ਜ਼ਰੂਰੀ। ਆਕੇ ਭਾਈਚਾਰਾ ਖਾਵੇ ਖੀਰ ਕਚੌਰੀ ਪੂਰੀ। ਅੱਗੇ ਲੰਬਾ ਝੇੜਾ ਪਾਇਆ ਦੁਰਗਾ ਪੂਜਨ ਕੇਰਾ। ਜਿਸ ਤੇ ਖੂਬ ਲਗਾਉਣ ਗੱਫੇ ਤਹਾਂ ਲਗਾ ਕੇ ਡੇਰਾ। ਆਪਣੇ ਹੀ ਸਭ ਮਤਲਬ ਦਾ ਜਿਨ ਦੇਖੋ ਜਾਣ ਫੈਲਾਇਆ। ਗੋਰਖ ਧੰਦਾ ਰਜ ਕੇ ਚਾਹੁਣ ਸਾਰਾ ਦਰਬ ਖਪਾਇਆ। ਸੱਚੇ ਪਾਤਸ਼ਾਹ ਨੂੰ ਕੱਚੇ ਛਲਣਾ ਚਾਹੁਣ ਐਸੇ। ਜਗ ਦੇ ਜੀਵਾਂ ਨਾਲ ਕਰੇਂਦੇ ਹੇਰ ਫੇਰ ਹਨ ਜੈਸੇ। ਜਦ ਸਤਿਗੁਰੂ ਜੀ ਕਿਹਾ ਬਿਪ ਨੂੰ ਤੁਮ ਵੀ ਜਗ ਕਰਾਵੋ। ਕਿ ਐਵੇਂ ਬਹਿ ਪਾਸ ਸਾਡੇ ਗੱਪਾਂ ਹੀ ਚਾਲਾਵੋ। ਜਿਸ ਪਰ ਗੁੱਸਾ ਖਾ ਕੇ ਬੋਲਿਆ ਜੇ ਨਾ ਜਗ ਕਰਾਈਏ ਤਾਂ ਕਿਆ ਹੋਏ ਕਿਸੇ ਦੇ ਨੌਕਰ ਟੁਕੜਾ ਪਿਆ ਕਮਾਈਏ। ਸੁਣ ਕੇ ਉਸ ਦੀ ਸ਼ੇਖੀ ਨੂੰ ਗੁਰ ਕਿਹਾ ਕਰਾਵੋ ਪਿਆਰੇ। ਲੋ ਹਮ ਜਗ ਕਰਨ ਨੂੰ ਬੈਠੇ ਅਬ ਹੀ ਹੋਏ ਤਿਆਰੇ। ਪਰ ਉਹ ਤਾਂ ਸਭ ਗੱਲਾਂ ਦੀ ਹੀ ਖੱਟੀ ਸੀ ਬੈ ਖਾਂਦਾ। ਖਾਲੀ ਸ਼ੰਖ ਵਜਾਵੇ ਦੀਪਾ ਬੋਲਿਆ ਹੋ ਸ਼ਰਮਾਂਦਾ। ਸਾਨੂੰ ਤਾਂ ਇਹ ਵਿਧੀ ਨਾ ਆਵੇ ਜਿਸ ਤੇ ਨਹੀਂ ਕਰਾਈਏ। ਐਵੇਂ ਝੂਠੀ ਗੱਪ ਕਾਸ ਨੂੰ ਗੁਰਜੀ ਅੱਗੇ ਲਾਈਏ। ਕਾਂਚੀ ਅਰ ਕਸ਼ਮੀਰੀ ਪੰਡਤ
ਹਨ ਵਿਦਿਆ ਦੇ ਪੂਰੇ, ਜਗ ਹਵਨਿਓ ਜਾਣਨ ਕਰਨੇ, ਹਨ ਪੰਡਤ ਵੱਡ ਸੂਰੇ। ਸੋ ਇਸ ਭਾਗ ਲਈ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।